ਪੰਜਾਬ ਸਟੱਡੀ ਹੱਬ ਦੇ ਚੈਨਲ ਦੇ ਉੱਪਰ ਆਪ ਸਭ ਦਾ ਸਵਾਗਤ ਹੈ। ਅਸੀਂ ਪੜ੍ਹਦੇ ਪਏ ਹਾਂ ਪੋਲਿਟੀ ਦੀ ਬੁੱਕ ਅਸੀਂ ਪੜ੍ਹਦੇ ਪਏ ਹਾਂ। ਅਰਿਹੰਤ ਬੁੱਕ ਨੂੰ ਕੰਪਲੀਟ ਕਰਦੇ ਪਏ ਹਾਂ। ਇਸ ਦੇ ਵਿੱਚ ਸੈਕਿੰਡ ਚੈਪਟਰ ਹੈ ਪੋਲਿਟੀ ਦਾ। ਤੁਸੀਂ ਵੀ ਆਪਣੇ ਨਾਲ ਬੁੱਕ ਨੂੰ ਅਗਰ ਖੋਲ੍ਹ ਕੇ ਰੱਖ ਸਕਦੇ ਹੋ ਤਾਂ ਰੱਖ ਲਓ। ਅਤੇ ਇਸ ਦੇ ਵਿੱਚ ਅਸੀਂ ਸੈਕਿੰਡ ਚੈਪਟਰ ਪੜ੍ਹਾਂਗੇ ਵੀ ਸਾਡੇ ਸੰਵਿਧਾਨ ਪਹਿਲੇ ਚੈਪਟਰ 'ਚ ਅਸੀਂ ਵੇਖ ਚੁੱਕੇ ਹਾਂ ਕਿ ਮੇਕਿੰਗ ਆਫ ਕੌਨਸਟੀਟਿਊਸ਼ਨ ਬਣਿਆ ਕਿੱਦਾਂ ਸੀਗਾ, ਠੀਕ ਹੈ, ਕਿਵੇਂ ਇਹਨੂੰ ਬਣਾਇਆ ਸੀਗਾ। ਤਾਂ ਜਿਹਨੇ ਨਹੀਂ ਵੇਖਿਆ ਉਹ ਵੇਖ ਸਕਦਾ। ਅਤੇ ਉਸ ਤੋਂ ਬਾਅਦ ਉਸ ਸੰਵਿਧਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਮਤਲਬ ਕਿੱਥੋਂ ਲਈਆਂ ਨੇ, ਕਿਹੜੇ ਦੇਸ਼ ਤੋਂ ਆਪਾਂ ਕਾਪੀ ਕੀਤੀਆਂ। ਆਪਾਂ ਕਹਿ ਦਿੰਦੇ ਹਾਂ ਸਾਡੇ ਸੰਵਿਧਾਨ ਤੋਂ ਇਹ ਚੀਜ਼ ਇੱਥੋਂ ਲਈ ਹੈ, ਤਾਂ ਉਹਦੇ ਬਾਰੇ ਆਪਾਂ ਇਹਦੇ ਵਿੱਚ ਵੇਖਾਂਗੇ। ਬਾਈਲੈਂਗੁਅਲ ਭਾਸ਼ਾ ਦੇ ਵਿੱਚ ਜਿਹੜੀ ਹੈ ਮੈਂ ਵੀਡੀਓ ਬਣਾ ਰਿਹਾ, ਜਿਹਦੇ ਵਿੱਚ ਕੀ ਹੈ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਕੋਈ ਮੈਟਰ ਨਹੀਂ ਹੈ, ਤੁਹਾਨੂੰ ਸਾਰਾ ਕੁਝ ਮੈਂ ਪੰਜਾਬੀ ਦੇ ਵਿੱਚ ਦੱਸ ਰਿਹਾ, ਠੀਕ ਹੈ ਜੀ। ਤਾਂ ਜੋ ਸਟੂਡੈਂਟ ਪਹਿਲੀ ਵਾਰੀ ਇਸ ਚੈਨਲ ਦੇ ਉੱਪਰ ਆਏ ਨੇ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੇਰੇ ਚੈਨਲ ਨੂੰ। ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਜੀ, ਜਦੋਂ ਵੀਡੀਓ ਆਵੇ ਤੁਹਾਡੇ ਕੋਲ ਇੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਕਹਿੰਦੇ ਜੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਸੰਵਿਧਾਨ ਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਪਾਰਟ ਹੈ ਉਹ ਮਤਲਬ ਕਿੱਥੋਂ ਲਿਆ ਗਿਆ। ਤਾਂ ਇਹ ਕੁਐਸਚਨ ਪੇਪਰ ਦੇ ਵਿੱਚ ਆ ਜਾਵੇ ਤਾਂ ਤੁਸੀਂ ਇਹਦਾ ਜਿਹੜਾ ਆਨਸਰ ਹੈ ਉਹ ਹੈਗਾ ਇੰਡੀਆ ਦਾ ਗੌਰਮੈਂਟ ਐਕਟ 1935 ਵਾਲਾ। ਇੰਗਲੈਂਡ ਦਾ ਸਭ ਤੋਂ ਫੇਮਸ ਇੰਡੀਆ ਦੇ ਸੰਵਿਧਾਨ ਨੂੰ ਬਣਾਉਣ ਵਾਸਤੇ ਜਿਹੜਾ ਐਕਟ ਪਾਸ ਕੀਤਾ, ਸਭ ਤੋਂ ਵੱਡਾ ਐਕਟ ਸੀਗਾ 1935 ਦੇ ਅਕੋਰਡਿੰਗ ਹੀ। ਜਿਹੜਾ ਅੱਜ ਅਸੀਂ ਸਟਰਕਚਰ ਚਲਾ ਰਹੇ ਹਾਂ ਮੈਕਸਿਮ ਜਿਹੜਾ ਉਹ 1935 ਐਕਟ ਦੇ ਵਿੱਚ ਹੀ ਆਇਆ ਸੀਗਾ, ਠੀਕ ਹੈ ਜੀ। ਇਹਦੇ ਵਿੱਚ ਕੀ ਸੀਗਾ, ਇਹ ਸੀਗਾ ਬਲਿਊ ਪ੍ਰਿੰਟ। ਇਹਨੂੰ ਆਪਾਂ ਕਿਹੜੇ ਸੰਵਿਧਾਨ ਦੇ ਕਿਹੜੇ ਪਾਰਟ ਨੂੰ ਬਲਿਊ ਪ੍ਰਿੰਟ ਕਿਹਾ ਜਾਂਦਾ, ਤਾਂ 1935 ਵਾਲੇ ਐਕਟ ਨੂੰ ਬਲਿਊ ਪ੍ਰਿੰਟ ਕਿਹਾ ਜਾਂਦਾ। ਇਸ ਨੂੰ ਯਾਦ ਰੱਖਣਾ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ, ਇੰਡੀਆ ਦਾ ਫੈਡਰਲ ਸਿਸਟਮ ਬਣਾਤਾ ਸੀ। ਫੈਡਰਲ ਸਿਸਟਮ ਦਾ ਮਤਲਬ ਸਮਝਦੇ ਹੋ, ਸੈਂਟਰ ਬਣਾਈ, ਸੈਂਟਰ ਦੇ ਹੇਠਾਂ ਬਣਾਤੀਆਂ ਸਟੇਟਸ, ਠੀਕ ਹੈ ਜੀ। ਅਤੇ ਸੈਂਟਰ ਨੂੰ ਉਸ ਟਾਈਮ 'ਤੇ ਕਹਿੰਦੇ ਸੀ ਯੂਨੀਅਨ। ਦੇਖੋ ਜੀ, ਸੈਂਟਰ ਗੌਰਮੈਂਟ ਨਾਮ ਦਾ ਸੰਵਿਧਾਨ ਦੇ ਵਿੱਚ ਕੋਈ ਵਰਡ ਨਹੀਂ ਦਰਜ ਹੈਗਾ, ਉਹਨੂੰ ਯੂਨੀਅਨ ਕਹਿੰਦੇ ਆ। ਯੂਨੀਅਨ, ਸੈਂਟਰ ਗੌਰਮੈਂਟ ਨੂੰ ਆਪਾਂ ਯੂਨੀਅਨ ਕਹਿੰਦੇ ਹਾਂ। ਸੈਂਟਰ ਗੌਰਮੈਂਟ ਵੈਸੇ ਦੇਸ਼ੀ ਭਾਸ਼ਾ ਦੇ ਵਿੱਚ ਬੋਲਣ ਵਾਸਤੇ ਲਿਖਿਆ ਹੋਇਆ, ਠੀਕ ਹੈ ਜੀ, ਪਰ ਸੰਵਿਧਾਨ ਦੇ ਵਿੱਚ ਇਸ ਨਾਮ ਦਾ ਕੋਈ ਵਰਡ ਨਹੀਂ ਹੈ। ਸਿਰਫ ਉਹਦੇ ਸੰਵਿਧਾਨ ਦੇ ਵਿੱਚ ਯੂਨੀਅਨ ਵਰਡ ਆਉਂਦਾ, ਯੂਨੀਅਨ, ਠੀਕ ਹੈ। ਯੂਨੀਅਨ ਨੂੰ ਇੱਕ ਤਰਫਾ ਆਪਾਂ ਫੈਡਰਲ ਵਰਡ ਵੀ ਕਹਿ ਸਕਦੇ ਹਾਂ। ਫੈਡਰਲ ਦਾ ਮਤਲਬ ਹੁੰਦਾ ਸਮਝੌਤਾ ਕਰਕੇ ਇੱਕ ਸਰਕਾਰ ਬਣੀ ਹੋਈ ਹੈ ਸੈਂਟਰ ਦੇ ਵਿੱਚ, ਠੀਕ ਹੈ ਜੀ। ਅਤੇ ਇਹ ਆਪਾਂ ਲਿਆ ਸੀ ਫੈਡਰਲ ਸਿਸਟਮ। ਉਸ ਤੋਂ ਬਾਅਦ ਆਫਿਸ ਆਫ ਗਵਰਨਰ। ਤੁਹਾਨੂੰ ਪਤਾ ਸਟੇਟ ਨੂੰ ਚਲਾਉਣ ਵਾਸਤੇ ਇੱਕ ਮੁੱਖ ਮੰਤਰੀ ਹੁੰਦਾ, ਉਸ ਦੇ ਉੱਪਰ ਕੀ ਹੁੰਦਾ, ਗਵਰਨਰ। ਜਿਹੜਾ ਗਵਰਨਰ ਦਾ ਆਫਿਸ ਹੈ, ਇਹ ਜਿਹੜਾ ਆਪਾਂ ਲਿਆ ਹੈ ਜੀ ਆਪਾਂ ਕਿੱਥੋਂ, 1935 ਵਾਲੇ ਇੰਗਲੈਂਡ ਦੇ ਐਕਟ ਤੋਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕੁਝ ਹੋਰ ਫੀਚਰ ਨੇ ਜਿਹੜੇ ਆਪਾਂ ਹੋਰ ਦੇਸ਼ਾਂ ਤੋਂ ਲਏ ਨੇ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਆਪਣਾ ਆ ਜਾਂਦਾ ਹੈ ਜੀ ਬ੍ਰਿਟਿਸ਼ ਕੌਨਸਟੀਟਿਊਸ਼ਨ, ਬ੍ਰਿਟਿਸ਼ ਦੇ ਸੰਵਿਧਾਨ ਤੋਂ। ਦੀ ਫਸਟ ਪਾਸਟ ਜਿਹੜਾ ਪੋਸਟ ਸਿਸਟਮ ਆਪਣੇ ਕੋਲ, ਜਿਹੜਾ ਵੋਟਿੰਗ ਦਾ ਜਿਹੜਾ ਸਿਸਟਮ ਹੈ ਨਾ, ਉਹ ਕਿੱਥੋਂ ਲਿਆ ਆਪਾਂ, ਇਹ ਵੀ ਯਾਦ ਰੱਖਣਾ, ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ। ਪਾਰਲੀਮੈਂਟਰੀ ਗੌਰਮੈਂਟ ਤੁਹਾਨੂੰ ਕਿਹਨੂੰ ਕਹਿੰਦੇ ਆ, ਸਾਡੇ ਇੰਡੀਆ ਦੇ ਵਿੱਚ ਇੱਕ ਪਾਰਲੀਮੈਂਟ ਹੈ, ਸੰਸਦ ਹੈ। ਉਹਦੇ 3 ਪਾਰਟ ਨੇ, ਇੱਕ ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ, ਠੀਕ ਹੈ ਜੀ। ਇਹ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ, ਤੁਹਾਨੂੰ ਪਤਾ ਕੋਈ ਬਿੱਲ ਆਉਂਦਾ ਲੋਕ ਸਭਾ ਦੇ ਵਿੱਚ, ਫਿਰ ਪਾਸ ਹੋ ਕੇ ਜਾਂਦਾ ਰਾਜ ਸਭਾ, ਫਿਰ ਪ੍ਰੈਜ਼ੀਡੈਂਟ ਕੋਲ। ਇਹਨੂੰ ਆਪਾਂ ਕਹਿੰਦੇ ਪਾਰਲੀਮੈਂਟਰੀ ਸਿਸਟਮ। ਇਹਦੇ ਵਿੱਚ ਜਿਹਦੇ ਕੋਲ ਸਭ ਤੋਂ ਜ਼ਿਆਦਾ ਜਿਹੜਾ ਵੋਟਾਂ ਲੈ ਕੇ ਆਉਂਦਾ ਉਹ ਸਰਕਾਰ ਬਣਾਉਂਦਾ। ਅਗਲੇ 5 ਸਾਲ ਸਰਕਾਰ ਚੱਲਦੀ ਹੈ। ਇਹਦੇ ਵਿੱਚ ਕੌਣ ਹੁੰਦਾ ਹੈ, ਇਹਦੇ ਵਿੱਚ ਪ੍ਰਧਾਨ ਮੰਤਰੀ ਹੁੰਦਾ, ਉਹਦੀ ਕਾਊਂਸਿਲ ਹੁੰਦੀ ਹੈ, ਠੀਕ ਹੈ ਜੀ। ਇਹ ਸਾਰੇ ਲੋਅ ਬਣਾਉਂਦੇ ਨੇ, ਚਲਾਉਂਦੇ ਨੇ ਦੇਸ਼। ਇਸ ਸਿਸਟਮ ਨੂੰ ਆਪਾਂ ਕਹਿੰਦੇ ਹਾਂ ਪਾਰਲੀਮੈਂਟਰੀ ਸਿਸਟਮ, ਜਿਹਦੇ ਵਿੱਚ ਕੀ ਹੋਣਗੇ, 2 ਤਰ੍ਹਾਂ ਦੇ ਹੈੱਡ ਹੋਣਗੇ। ਕਿਹੜੇ, ਇੱਕ ਹੁੰਦਾ ਹੈ ਨੋਮੀਨਲ ਹੈੱਡ, ਇੱਕ ਰੀਅਲ ਹੈੱਡ। ਰੀਅਲ ਹੈੱਡ ਹੁੰਦਾ ਜਿਹੜਾ ਪ੍ਰਧਾਨ ਮੰਤਰੀ, ਇੱਕ ਹੁੰਦਾ ਜੀ ਪ੍ਰੈਜ਼ੀਡੈਂਟ, ਠੀਕ ਹੈ। ਪ੍ਰੈਜ਼ੀਡੈਂਟ ਦੀਆਂ ਪਾਵਰਾਂ ਕੌਣ ਯੂਜ਼ ਕਰਦਾ ਹੈ, ਪ੍ਰਾਈਮ ਮਿਨਿਸਟਰ, ਠੀਕ ਹੈ। ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪਾਰਲੀਮੈਂਟਰੀ ਗੌਰਮੈਂਟ ਆਫ ਸਿਸਟਮ। ਇਹਨੂੰ ਡਿਟੇਲ ਦੇ ਵਿੱਚ ਦੇਖਾਂਗੇ ਆਪਾਂ, ਫਿਲਹਾਲ ਇਹਦੇ ਵਾਸਤੇ ਮੈਂ ਹੁਣੇ ਤੁਹਾਨੂੰ ਇੰਨਾ ਕੁ ਦੱਸਿਆ। ਉਸ ਤੋਂ ਬਾਅਦ ਆਈਡੀਆ ਆਫ ਦਾ ਰੂਲ ਆਫ ਲਾਅ, ਕਿਵੇਂ ਰੂਲ ਨੂੰ ਆਪਾਂ ਬਣਾਉਣਾ ਹੈ, ਕਹਿੰਦੇ ਲਾਅ ਨੂੰ ਕਿਵੇਂ ਬਣਾਉਣਾ ਹੈ, ਕਿਵੇਂ ਉਹਨੂੰ ਸੈਟਲ ਕਰਨਾ। ਇਹ ਚੀਜ਼ਾਂ ਵੀ ਆਪਾਂ ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਲਈਆਂ ਨੇ। ਆਫਿਸ ਆਫ ਕੈਗ, ਤੁਹਾਨੂੰ ਪਤਾ ਘੁਟਾਲੇ ਫੜਨ ਵਾਲੀ ਬੋਡੀ, ਕੰਟਰੋਲਰ ਆਡੀਟਰ ਜਨਰਲ, ਇਸ ਨੂੰ ਵੀ ਆਪਾਂ ਕਿੱਥੋਂ ਲਿਆ ਜੀ, ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ। ਸਿਟੀਜ਼ਨਸ਼ਿਪ, ਤੁਹਾਨੂੰ ਪਤਾ ਜੀ ਇੰਗਲੈਂਡ ਦੇ ਵਿੱਚ ਇੱਕੋ ਤਰ੍ਹਾਂ ਦੀ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ। ਵੈਸੇ ਇੰਗਲੈਂਡ ਕਾਫੀ ਜਿਹੜਾ UK ਆ 3-4 ਦੇਸ਼ਾਂ ਤੋਂ ਮਿਲ ਕੇ ਬਣਿਆ, ਪਰ ਫਿਰ ਵੀ ਇੱਕ ਹੀ ਸਿਟੀਜ਼ਨਸ਼ਿਪ, ਜਿਵੇਂ ਇੰਡੀਆ ਦੇ ਵਿੱਚ ਇੱਕ ਇੰਡੀਅਨ ਹੀ ਲਿਖਿਆ ਹੁੰਦਾ ਪਾਸਪੋਰਟ ਦੇ ਉੱਪਰ ਕਿੱਥੇ ਵੀ, ਉਹਦੇ 'ਚ ਐਂ ਨਹੀਂ ਲਿਖਿਆ ਹੁੰਦਾ ਪੰਜਾਬੀ ਹੈਗੇ ਅਸੀਂ, ਉਹ ਨਹੀਂ ਲਿਖਿਆ ਹੁੰਦਾ। ਤਾਂ ਇਹ ਚੀਜ਼ ਆਪਾਂ ਲਈ ਹੈ ਸਿੰਗਲ ਸਿਟੀਜ਼ਨਸ਼ਿਪ, ਇਕਲ ਨਾਗਰਿਕਤਾ ਜਿਹਨੂੰ ਕਹਿੰਦੇ ਆ, ਉਹ ਆਪਾਂ ਲਈ ਹੈ ਬ੍ਰਿਟਿਸ਼ ਤੋਂ। ਉਸ ਤੋਂ ਬਾਅਦ ਆਉਂਦਾ ਬਾਈਕੈਮਰਲਿਜ਼ਮ, ਮਤਲਬ ਸਾਡੇ ਸੰਸਦ ਅਤੇ ਲੋਕ ਸਭਾ 2 ਪਾਰਟ ਨੇ, ਇਸ ਲਈ ਇਹਨੂੰ ਆਪਾਂ ਜਿੱਥੇ ਇੱਕ ਪਾਰਟ ਹੋਵੇ ਉਹਨੂੰ ਯੂਨੀਕੈਮਰਲ ਕਹਿੰਦੇ ਹਾਂ, ਜਿੱਥੇ 2 ਪਾਰਟ ਹੋਣ ਉਹਨੂੰ ਬਾਈਕੈਮਰਲ ਕਹਿੰਦੇ ਹਾਂ। ਬਾਈ ਦਾ ਮਤਲਬ ਹੀ ਹੁੰਦਾ 2, ਠੀਕ ਹੈ ਜੀ। ਤਾਂ ਲੋਕ ਸਭਾ, ਰਾਜ ਸਭਾ ਸਾਡੀ 2 ਸਦਨ ਨੇ, ਇਸ ਕਰਕੇ ਬਾਈਕੈਮਰਲਿਜ਼ਮ ਸਿਸਟਮ ਕਿੱਥੋਂ ਲਿਆ ਜੀ ਆਪਾਂ, ਇੰਗਲੈਂਡ ਤੋਂ, ਠੀਕ ਹੈ ਜੀ। ਇਹ ਨਹੀਂ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦਾ ਕਿ
USA ਦੇ ਸੰਵਿਧਾਨ 'ਚੋਂ ਕੀ ਲਿਆ ਅਮਰੀਕਾ ਦੇ, ਤਾਂ ਇਹਦੇ 'ਚੋਂ ਆਪਾਂ ਲਏ ਨੇ ਫੰਡਾਮੈਂਟਲ ਰਾਈਟ। ਪੂਰੀ ਦੁਨੀਆ ਦੇ ਵਿੱਚ ਕਿੱਥੇ ਮਰਜ਼ੀ ਅਧਿਕਾਰਾਂ ਦੀ ਗੱਲ ਆ ਗਈ, ਉੱਥੇ ਅਮਰੀਕਾ ਨਹੀਂ ਖੜਨਾ। ਤਾਂ ਉੱਥੇ ਜਿਹੜੇ ਅਧਿਕਾਰ ਦੀ ਜਿਹੜੀ ਆਪਾਂ ਲਏ ਨੇ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਆਪਾਂ ਨੂੰ 7 ਦਿੱਤੇ ਗਏ ਸੀ, 6 ਰਹਿ ਗਏ, ਉਹਦੇ ਬਾਰੇ ਡਿਟੇਲ 'ਚ ਆਪਾਂ ਬਾਅਦ 'ਚ ਦੇਖਾਂਗੇ। ਇਹ ਆਪਾਂ ਲਏ ਨੇ ਕਿੱਥੋਂ, ਅਮਰੀਕਾ ਦੇ ਕੌਂਸਟੀਟਿਊਸ਼ਨ ਤੋਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਮੰਨ ਲਓ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਸਰਕਾਰ ਨੇ ਕੋਈ ਲਾਅ ਗਲਤ ਬਣਾਤਾ, ਉਸ ਲਾਅ ਨੂੰ ਚੈੱਕ ਕਰਨਾ ਸੰਵਿਧਾਨ ਦੇ ਅਕੋਰਡਿੰਗ, ਇਹਨੂੰ ਆਪਾਂ ਕਹਿੰਦੇ ਹਾਂ, ਇਹ ਚੈੱਕ ਕਿਹਨੇ ਕਰਨਾ ਹੁੰਦਾ, ਸੁਪਰੀਮ ਕੋਰਟ ਨੇ। ਇਹ ਜਿਹੜਾ ਲਾਅ ਨੂੰ ਚੈੱਕ ਕਰਨਾ ਹੁੰਦਾ ਇਹਨੂੰ ਆਪਾਂ ਕਹਿੰਦੇ ਜੁਡੀਸ਼ੀਅਲ ਰਿਵਿਊ। ਇਹ ਕਿੱਥੋਂ ਲਿਆ ਜੀ, ਅਮਰੀਕਾ ਤੋਂ। ਠੀਕ ਹੈ ਜੀ। ਇੰਡੀਪੈਂਡੈਂਟ ਆਫ ਜੁਡੀਸ਼ਰੀ, ਸਾਨੂੰ ਤੁਹਾਨੂੰ ਪਤਾ ਹੀ ਹੁਣ ਬਿੱਲ ਜਿਹੜੇ ਜਦੋਂ ਕਿਸਾਨ ਬਿੱਲ ਲਾਗੂ ਕੀਤੇ ਸੀ ਤਾਂ ਲਾਗੂ ਪ੍ਰੋਪਰ ਨਹੀਂ ਹੋਏ ਸੀ, ਕਿਉਂਕਿ ਸੁਪਰੀਮ ਕੋਰਟ ਨੇ ਉਹਦੇ ਉੱਪਰ ਕੀ ਲਗਾਤਾ ਸੀ, ਥੋੜ੍ਹਾ ਉਹਨੂੰ ਰੋਕ ਲਿਆ ਸੀ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਵੀ ਸਾਡੀ ਇੰਡੀਆ ਜੁਡੀਸ਼ਰੀ ਜਿਹੜਾ ਸਿਸਟਮ ਹੈ ਨਾ, ਨਿਆਂਪਾਲਿਕਾ, ਇਹ ਇੰਡੀਪੈਂਡੈਂਟ ਹੈ, ਇਹ ਕਿਸੇ ਦੇ ਥੱਲੇ ਕੰਮ ਨਹੀਂ ਕਰਦੀ ਅਤੇ ਇਹ ਰੋਕ ਸਕਦੀ ਹੈ ਪਾਰਲੀਮੈਂਟ ਨੂੰ। ਤਾਂ ਉਹਨਾਂ ਨੇ ਰੋਕਿਆ ਵੀ ਸੀਗਾ। ਅਤੇ ਇਹ ਚੀਜ਼ ਕਿੱਥੋਂ ਲਈ ਹੈ, ਇੰਡੀਪੈਂਡੈਂਟ ਜੁਡੀਸ਼ਰੀ, ਇਸ ਅਮਰੀਕਾ ਦੇ ਸੰਵਿਧਾਨ 'ਚੋਂ। ਅਤੇ ਰਿਟਨ ਕੌਂਸਟੀਟਿਊਸ਼ਨ, ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਸੰਵਿਧਾਨ ਕਿਹਨਾਂ ਨੇ ਲਿਖਿਆ ਸੀ, ਅਮਰੀਕਾ ਨੇ। 4 ਮਹੀਨਿਆਂ ਦੇ ਵਿੱਚ ਇੰਡੀਆ ਨੇ ਸੁੱਖ ਰੱਖੇ 2 ਸਾਲ 11 ਮਹੀਨੇ 18 ਦਿਨ ਲਗਾਤੇ ਸੀ ਜੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਪ੍ਰੀਐਂਬਲ, ਤੁਹਾਨੂੰ ਪਤਾ ਕੋਈ ਵੀ ਬੁੱਕ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਇੰਡੈਕਸ ਵੇਖੇ ਜਾਂਦੇ ਨੇ। ਇਸੇ ਤਰ੍ਹਾਂ ਸੰਵਿਧਾਨ ਤੋਂ ਪੜ੍ਹਨ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਹਮ ਭਾਰਤ ਕੇ ਲੋਕ, ਭਾਰਤ ਕੋ ਪ੍ਰਭੂਤਨ ਸਮਤਨ ਸਮਾਜਵਾਦੀ ਪੰਥ ਨਿਰਪੇਖ, ਇਸ ਤਰ੍ਹਾਂ ਲਿਖਿਆ ਹੁੰਦਾ ਨਾ, ਉਹ ਜਿਹੜੀ ਸ਼ਪਥ ਲੈਂਦੇ ਨੇ ਉਹਨੂੰ ਆਪਾਂ ਪ੍ਰੀਐਂਬਲ ਕਹਿੰਦੇ ਹਾਂ। ਠੀਕ ਹੈ, ਪ੍ਰਸਤਾਵਨਾ। ਇਹ ਕਿੱਥੋਂ ਲਈ ਹੈ, ਅਮਰੀਕਾ ਦੇ ਕੌਂਸਟੀਟਿਊਸ਼ਨ 'ਚੋਂ। ਸਾਡੇ ਥੱਲੇ ਇੱਕ ਇੰਡੀਆ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਦੇ ਥੱਲੇ ਇੱਕ ਵਾਈਸ ਪ੍ਰੈਜ਼ੀਡੈਂਟ ਹੈ। ਇਹ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਹੈਗੀ ਹੈ, ਜਿਵੇਂ ਕਮਲਾ ਹੈਰਿਸ ਦਾ ਨਾਮ ਸੁਣਿਆ, ਜੋਏ ਬਾਈਡਨ ਕੇ ਮੇਨ ਪ੍ਰੈਜ਼ੀਡੈਂਟ ਹੈ, ਕਮਲਾ ਹੈਰਿਸ ਕੌਣ ਹੈ, ਉਹਦੀ ਵਾਈਸ ਪ੍ਰੈਜ਼ੀਡੈਂਟ ਹੈ। ਇਹ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਆਪਾਂ ਕਿੱਥੋਂ ਲਈ ਹੈ, ਅਮਰੀਕਾ ਦੇ ਕੌਂਸਟੀਟਿਊਸ਼ਨ 'ਚੋਂ। ਠੀਕ ਹੈ ਜੀ, ਆਹ ਸਾਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਉਸ ਤੋਂ ਬਾਅਦ ਆਪਾਂ ਕਹਿੰਦੇ ਆਇਰਲੈਂਡ ਦਾ ਦੇਸ਼, ਜਿਹਨੂੰ ਆਇਰਿਸ਼ ਕੌਂਸਟੀਟਿਊਸ਼ਨ ਕਹਾਂਗੇ ਆਪਾਂ। ਇਹਦੇ ਤੋਂ ਆਪਾਂ ਲਏ ਨੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਪੰਜਾਬੀ ਦੇ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ। ਕਿੱਥੋਂ ਲਏ ਨੇ, ਜਿੱਥੇ ਸਟੇਟ ਗੌਰਮੈਂਟ ਚੱਲ ਕੇ ਇੰਡੀਆ ਦੇ ਲੋਕਾਂ ਲਈ ਵਧੀਆ ਪੋਲਿਸੀ ਬਣਾਵੇ, ਸਾਰਿਆਂ ਵਾਸਤੇ ਵੈਲਫੇਅਰ, ਸਾਰਿਆਂ ਵਾਸਤੇ। ਹੁਣ ਜਿਵੇਂ ਆਯੁਸ਼ਮਾਨ ਕਾਰਡ ਹੈ, ਸਾਰਿਆਂ ਵਾਸਤੇ ਬਣੇ ਨੇ, ਇਸ ਤਰ੍ਹਾਂ ਦੀ ਪੋਲਿਸੀ ਬਣਾਵੇ। ਤਾਂ ਕੁਛ ਰੂਲ ਹੋਣਗੇ ਜਿਹਦੇ 'ਤੇ ਸਰਕਾਰ ਨੇ ਚੱਲਣਾ, ਉਹਨੂੰ ਆਪਾਂ ਕਹਿੰਦੇ ਹਾਂ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਠੀਕ ਹੈ, ਇਹ ਆਪਾਂ ਕਿੱਥੋਂ ਲਏ ਨੇ, ਇਹ ਲਏ ਨੇ DPSP ਆਪਾਂ ਆਇਰਿਸ਼ ਕੌਂਸਟੀਟਿਊਸ਼ਨ ਤੋਂ। ਠੀਕ ਹੈ ਜੀ। ਅਤੇ ਆਇਰਲੈਂਡ ਨੇ ਕਿੱਥੋਂ ਲਏ ਸੀ ਅੱਗੇ, ਇਹਨਾਂ ਨੇ ਵੀ ਅੱਗੋਂ ਫਿਰ ਸਪੇਨ ਤੋਂ ਲੈ ਲਈ ਸੀ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਕਹਿੰਦੇ ਜੀ ਇੰਡੀਆ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਨਾ, ਇਹਦੇ ਤੁਹਾਨੂੰ ਪਤਾ ਇਲੈਕਸ਼ਨ ਹੁੰਦਾ ਹੈ ਜਦੋਂ ਪ੍ਰੈਜ਼ੀਡੈਂਟ ਦਾ, ਉਹਦੇ ਵਾਸਤੇ ਇੱਕ ਪ੍ਰੋਪਰ ਸਿਸਟਮ ਹੈਗਾ, ਮੈਥਡ ਹੈਗਾ ਪ੍ਰੈਜ਼ੀਡੈਂਟ ਇੰਡੀਆ ਦਾ ਕਿਵੇਂ ਚੁਣਿਆ ਜਾਂਦਾ, ਉਹਦਾ ਆਪਾਂ ਪ੍ਰੋਸੈਸ ਲਿਆ ਆਇਰਿਸ਼ ਕੌਂਸਟੀਟਿਊਸ਼ਨ ਤੋਂ। ਠੀਕ ਹੈ ਜੀ। ਅਤੇ ਸਾਡੇ ਰਾਜ ਸਭਾ ਦੇ ਵਿੱਚ ਤੁਹਾਨੂੰ ਪਤਾ ਜੀ 12 ਮੈਂਬਰ ਨਾ ਨਿਯੁਕਤ ਕੀਤੇ ਜਾਂਦੇ ਨੇ, ਸਿੱਧੇ ਡਾਇਰੈਕਟ ਬਾਈਪਾਸ ਐਂਟਰੀ ਕਰਾ ਦਿੱਤੀ ਜਾਂਦੀ ਹੈ। ਠੀਕ ਹੈ, ਉਹਨੂੰ ਕਹਿੰਦੇ ਵੀ ਖੇਡ ਦੇ ਵਿੱਚ ਹੈ, ਕੋਈ ਲਿਟਰੇਚਰ ਦੇ ਵਿੱਚ ਹੈ, ਸਪੋਰਟਸ, ਇੱਦਾਂ ਕਰਕੇ। ਉਹਨਾਂ ਦਾ ਮੈਥਡ ਕੀ ਹੋਊਗਾ, ਨੋਮੀਨੇਸ਼ਨ, ਕਿਉਂਕਿ ਉਹਨੂੰ ਰਾਸ਼ਟਰਪਤੀ ਨਿਯੁਕਤ ਕਰਦਾ, 12 ਮੈਂਬਰਾਂ ਨੂੰ ਪਾਰਲੀਮੈਂਟ ਦੇ ਵਿੱਚ ਸਿੱਧਾ ਨਿਯੁਕਤ ਕਰਦਾ। ਉਹ ਜਿਹੜਾ ਸਿਸਟਮ ਹੈ ਉਹ ਆਪਾਂ ਕਿੱਥੋਂ ਲਿਆ ਜੀ, ਉਹ ਵੀ ਆਪਾਂ ਆਇਰਿਸ਼ ਕੌਂਸਟੀਟਿਊਸ਼ਨ ਤੋਂ ਲਿਆ। ਕੈਨੇਡਾ ਦੇ ਕੌਂਸਟੀਟਿਊਸ਼ਨ 'ਚੋਂ ਕੀ ਲਿਆ, ਕੈਨੇਡਾ ਦੇ ਕੌਂਸਟੀਟਿਊਸ਼ਨ 'ਚੋਂ ਲਿਆ ਆਪਾਂ ਫੈਡਰਲ ਗੌਰਮੈਂਟ। ਤੁਹਾਨੂੰ ਪਤਾ ਹੈ ਕੋਈ ਵੀ ਜਿਵੇਂ ਪੰਜਾਬ ਸਰਕਾਰ ਹੈ, ਇਹਦੇ ਵਿੱਚ ਕੱਲ੍ਹ ਨੂੰ ਹੀ ਮੰਨ ਲਓ ਪ੍ਰੈਜ਼ੀਡੈਂਟ ਰੂਲ ਲੱਗ ਜੇ, ਤਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸ਼ਕਤੀਆਂ ਕੌਣ ਯੂਜ਼ ਕਰੇਗਾ, ਇਹ ਪ੍ਰੈਜ਼ੀਡੈਂਟ ਨੇ, ਸੈਂਟਰ ਗੌਰਮੈਂਟ। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕਿ ਔਖੇ ਵੇਲੇ ਜਦੋਂ ਐਮਰਜੈਂਸੀ ਲੱਗੀ, ਔਖੇ ਵੇਲੇ ਜਦੋਂ ਸੈਂਟਰ ਗੌਰਮੈਂਟ ਪਾਵਰਾਂ ਲੈ ਲਵੇ, ਇਸ ਚੀਜ਼ ਨੂੰ ਕਹਿੰਦੇ ਹਾਂ ਸੈਂਟਰ ਦਾ ਸਟਰੋਂਗ ਹੋ ਜਾਣਾ, ਫੈਡਰਲ ਸਿਸਟਮ ਹੋ ਜਾਣਾ। ਤਾਂ ਇਹ ਜਿਹੜੀ ਚੀਜ਼ ਆਪਾਂ ਕਿੱਥੋਂ ਲਈ ਹੈ, ਇਹ ਕੈਨੇਡਾ ਦੇ ਸਿਸਟਮ ਤੋਂ ਲਿਆ, ਇਹਨੂੰ ਆਪਾਂ ਕੁਐਸੀ ਫੈਡਰਲ ਕਹਿੰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਇੱਕ ਸਰਕਾਰ ਹੁੰਦੀ ਸੈਂਟਰ, ਇੱਕ ਹੁੰਦੀ ਹੈ ਸਟੇਟ। ਠੀਕ ਹੈ, ਇਹਨਾਂ ਦੇ ਵਿੱਚ ਲਿਸਟਾਂ ਦੇ ਵਿੱਚ ਕੰਮ ਵੰਡੇ ਹੋਏ ਨੇ। ਸੈਂਟਰ ਦੇ ਵਾਸਤੇ ਸੈਂਟਰ ਲਿਸਟ ਹੈ, ਸਟੇਟ ਵਾਸਤੇ ਸਟੇਟ ਲਿਸਟ ਹੁੰਦੀ ਹੈ। ਦੋਨੇ ਜਿੱਥੇ ਮਿਲ ਕੇ ਕੰਮ ਕਰਨ ਉੱਥੇ ਹੁੰਦੀ ਹੈ ਕੰਕਰੈਂਟ, ਸਮਵਰਤੀ ਸੂਚੀ ਕਹਿ ਦਿੰਦੇ ਉਹਨੂੰ ਆਪਾਂ, ਸੰਘ ਸੂਚੀ, ਕਾਮਨ ਸੂਚੀ। ਠੀਕ ਹੈ, ਇਹ 3 ਸੂਚੀਆਂ ਦੇ ਇਲਾਵਾ ਇਹਦੇ ਵਿੱਚ ਕੰਮ ਵੰਡੇ ਹੋਏ ਨੇ। ਅਗਰ ਇਸ ਤੋਂ ਇਲਾਵਾ ਕੋਈ ਸਬਜੈਕਟ ਨਿਕਲ ਕੇ ਆ ਗਿਆ ਦੇਸ਼ ਦੇ ਸਾਹਮਣੇ, ਉਹਨੂੰ ਉਸ ਸਬਜੈਕਟ ਨੂੰ ਆਪਾਂ ਕਹਾਂਗੇ ਕਿਹੜਾ ਸਬਜੈਕਟ, ਰੈਜ਼ੀਡੂਰੀ ਸਬਜੈਕਟ। ਰੈਜ਼ੀਡੂਰੀ ਪਾਵਰਾਂ ਕਿਹਦੇ ਕੋਲ ਨੇ, ਇੰਡੀਆ ਦੀ ਸੈਂਟਰ ਗੌਰਮੈਂਟ ਕੋਲ। ਮਤਲਬ ਇਹ ਤਿੰਨਾਂ ਲਿਸਟਾਂ ਦੇ ਇਲਾਵਾ ਕੋਈ ਲਿਸਟ ਦਾ ਕੰਮ ਨਿਕਲ ਕੇ ਆ ਗਿਆ ਕਿੱਥੇ, ਉਹ ਕੰਮ ਅਤੇ ਪਾਵਰਾਂ ਕਿਹਦੇ ਕੋਲ ਹੋਣਗੀਆਂ, ਸੈਂਟਰ ਗੌਰਮੈਂਟ ਕੋਲ। ਠੀਕ ਹੈ, ਇਹ ਉਸ ਤੋਂ ਆਪਾਂ ਲਿਆ ਫਿਰ ਕੈਨੇਡਾ ਦੀ ਗੌਰਮੈਂਟ ਤੋਂ। ਅਪੋਇੰਟਮੈਂਟ ਆਫ ਸਟੇਟ ਗਵਰਨਰ, ਤੁਹਾਨੂੰ ਪਤਾ ਹੈ ਸਟੇਟ ਦਾ ਜਿਹੜਾ ਗਵਰਨਰ ਹੁੰਦਾ ਇਹ ਕੀ ਹੁੰਦਾ, ਏਜੰਟ ਹੁੰਦਾ ਸੈਂਟਰ ਗੌਰਮੈਂਟ ਦਾ। ਜਿਵੇਂ ਹੁਣ ਇਹਨਾਂ ਨੇ, ਜਿਵੇਂ ਚੰਨੀ ਸਾਹਿਬ ਨੇ ਰੌਲਾ ਪਾ ਰੱਖਿਆ ਸੀ ਸਾਡੇ 36,000 ਮੈਂਬਰਾਂ ਦਾ ਜਿਹੜੇ ਇੰਪਲੋਈ ਦਾ ਬਿੱਲ ਦੇ ਸਾਈਨ ਨਹੀਂ ਹੋਏ, ਇਹ ਤਾਂ ਇਹ ਗਵਰਨਰ ਕਰਦਾ ਹੈ, ਕਿਉਂਕਿ ਸਟੇਟ ਦੇ ਵਿੱਚ ਕਾਨੂੰਨ ਕਿਵੇਂ ਬਣੇਗਾ, ਜਦੋਂ ਗਵਰਨਰ ਨੇ ਸਾਈਨ ਕਰਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਡਵਾਈਜ਼ਰੀ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ। ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਐਡਵਾਈਸ ਦੇ ਸਕਦੀ ਹੈ ਔਖੇ ਟਾਈਮ 'ਤੇ। ਆਪਾਂ ਪੜ੍ਹਾਂਗੇ ਪ੍ਰੈਜ਼ੀਡੈਂਟ ਦੇ ਟਾਈਮ 'ਤੇ, ਆਪਾਂ ਜਦੋਂ ਚੈਪਟਰ ਵੇਖਾਂਗੇ ਉਸ ਟਾਈਮ 'ਤੇ ਕਰਾਂਗੇ। ਉਸ ਤੋਂ ਬਾਅਦ ਕਹਿੰਦੇ ਹਾਂ USSR, ਇਹਨੂੰ ਆਪਾਂ ਕਹਿੰਦੇ ਹਾਂ ਰਸ਼ੀਆ ਦੇ ਸੰਵਿਧਾਨ 'ਚੋਂ ਆਪਾਂ ਲਿਆ ਫੰਡਾਮੈਂਟਲ ਡਿਊਟੀਆਂ। ਕੁਛ ਸਾਨੂੰ ਦਿੱਤੇ ਗਏ ਮੌਲਿਕ ਅਧਿਕਾਰ,
ਕੁਛ ਦਿੱਤੇ ਗਏ ਨੇ ਸਾਨੂੰ ਮੌਲਿਕ ਕਰਤੱਵ, ਮਤਲਬ ਸਾਡੇ ਕੁਛ ਕੰਮ ਹੈਗੇ ਨੇ ਜਿਹੜੇ ਦੇਸ਼ ਦੇ ਪ੍ਰਤੀ ਸਾਨੂੰ ਕਰਨੇ ਚਾਹੀਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਫੰਡਾਮੈਂਟਲ ਡਿਊਟੀਆਂ। ਇਹ ਲਿੱਤੀਆਂ ਗਈਆਂ ਨੇ USSR ਦੇ ਸੰਵਿਧਾਨ 'ਚੋਂ। 5 ਈਅਰ ਪਲਾਨ, ਦੇਸ਼ ਨੂੰ 5 ਸਾਲਾਂ ਵਾਸਤੇ ਕਿਵੇਂ ਚਲਾਉਣਾ, ਨੈਕਸਟ ਅਗਲੇ 5 ਸਾਲਾਂ। ਇਹ 5 ਈਅਰ ਪਲਾਨ ਹੁਣ ਤਾਂ ਬੰਦ ਹੋ ਗਏ ਨੇ ਫਿਲਹਾਲ, ਇਸ ਤੋਂ ਪਹਿਲਾਂ ਦੇਸ਼ 5-5 ਸਾਲਾਂ ਵਾਸਤੇ ਡਿਸਾਈਡ ਕੀਤਾ ਜਾਂਦਾ ਸੀ ਕੋਈ ਪਲਾਨ, ਠੀਕ ਹੈ ਜੀ। ਇਹ ਆਪਾਂ ਲਿਆ ਰਸ਼ੀਆ ਦੇ ਸੰਵਿਧਾਨ 'ਚੋਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਕੌਨਸਟੀਟਿਊਸ਼ਨ 'ਚੋਂ ਕੀ ਲਿਆ। ਤੁਹਾਨੂੰ ਪਤਾ ਹੈ ਜਦੋਂ ਸੈਂਟਰ ਅਤੇ ਸਟੇਟ ਦੋਨੇ ਇਕੱਠੇ ਮਿਲ ਕੇ ਕਾਨੂੰਨ ਕੋਈ ਬਣਾਉਣ ਉਹਦੇ 'ਤੇ, ਉਹਨੂੰ ਕਹਿੰਦੇ ਕੰਕਰੈਂਟ ਲਿਸਟ, ਠੀਕ ਹੈ, ਸਮਵਰਤੀ ਸੂਚੀ। ਇਹ ਕਿੱਥੋਂ, ਇਹਦਾ ਕੰਸੈਪਟ ਕਿੱਥੋਂ ਲਿਆ, ਆਸਟ੍ਰੇਲੀਆ ਦੇ ਸੰਵਿਧਾਨ 'ਚੋਂ। ਪ੍ਰੋਵੀਜ਼ਨ ਰਿਗਾਰਡਿੰਗ ਟਰੇਡ, ਕਮਰਸ, ਇਹ ਤਾਂ ਕੋਈ ਲੋੜ ਹੀ ਨਹੀਂ। ਪ੍ਰੈਂਬਲ ਦੇ ਵਿੱਚ ਜਿਹੜੀ ਲੈਂਗੁਏਜ ਯੂਜ਼ ਕਰਾਂਗੇ ਪ੍ਰਸਤਾਵਨਾ ਦੇ ਵਿੱਚ, ਉਹ ਕਿੱਥੋਂ ਲਈ ਆਪਾਂ, ਆਸਟ੍ਰੇਲੀਆ ਦੇ ਸੰਵਿਧਾਨ 'ਚੋਂ। ਤੁਹਾਨੂੰ ਪਤਾ ਹੈ ਲੋਕ ਸਭਾ, ਕਈ ਵਾਰੀ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੁੰਦਾ ਤਾਂ ਰਾਜ ਸਭਾ ਵਾਲੇ ਬਿੱਲ ਪਾਸ ਨਹੀਂ ਕਰਦੇ, ਰਾਜ ਸਭਾ 'ਚ ਬਿੱਲ ਪਾਸ ਨਾ ਹੋਵੇ ਤਾਂ ਲੋਕ ਸਭਾ ਵਾਲੇ ਬਿੱਲ ਪਾਸ ਨਹੀਂ ਕਰਦੇ। ਤਾਂ ਮਤਲਬ ਜੇ ਇਹ ਸਦਨ ਕਰ ਦਿੰਦਾ ਤਾਂ ਇਹ ਨਹੀਂ ਕਰਦਾ, ਇਹ ਕਰਦਾ ਤਾਂ ਇਹ ਨਹੀਂ ਕਰਦਾ। ਦੋਨੇ ਸਦਨ ਨੂੰ ਇਕੱਠੇ ਬੁਲਾ ਕੇ ਬਿੱਲ ਨੂੰ ਪਾਸ ਕੀਤਾ ਜਾਵੇ। ਜਦੋਂ ਇਕੱਠਾ ਬੁਲਾਇਆ ਜਾਂਦਾ ਦੋਨੇ ਸਦਨ ਨੂੰ, ਆਪਾਂ ਕਹਿੰਦੇ ਜੁਆਇੰਟ ਸਿਟਿੰਗ। ਦੇਖਾਂਗੇ ਅੱਗੇ ਕੀ ਚੀਜ਼ ਹੁੰਦੀ ਹੈ ਇਹ। ਤਾਂ ਉਹ ਆਪਾਂ ਲਈ ਹੈ ਕਿੱਥੋਂ, ਇਹ ਲਈ ਆਪਾਂ ਜਿਹੜਾ ਆਸਟ੍ਰੇਲੀਆ ਦੇ ਸੰਵਿਧਾਨ 'ਚੋਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਜਰਮਨੀ ਦੇ ਕੌਨਸਟੀਟਿਊਸ਼ਨ, ਜਿਹਨੂੰ ਆਪਾਂ ਕਹਿੰਦੇ ਵਾਈਮਰ ਕੌਨਸਟੀਟਿਊਸ਼ਨ। ਇੱਥੋਂ ਲਿਆ ਕਿ ਫੰਡਾਮੈਂਟਲ ਡਿਊਟੀਆਂ, ਜਿਹੜੇ ਫੰਡਾਮੈਂਟਲ ਰਾਈਟ, ਸਾਨੂੰ ਬੋਲਣ ਦਾ ਅਧਿਕਾਰ ਹੈ, ਸਾਨੂੰ ਇਕੱਠੇ ਹੋਣ ਦਾ ਅਧਿਕਾਰ ਹੈ, ਸਾਨੂੰ ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਹੈ, ਅਸੀਂ ਕੁਛ ਵੀ ਕਰ ਸਕਦੇ ਹਾਂ ਲਿਮਿਟ ਦੇ ਵਿੱਚ ਰਹਿ ਕੇ। ਪਰ ਕੀ ਹੁੰਦਾ ਜੀ, ਜਦੋਂ ਐਮਰਜੈਂਸੀ ਲੱਗਦੀ ਹੈ ਨਾ ਤਾਂ ਸਾਡੇ ਅਧਿਕਾਰਾਂ ਨੂੰ ਅਤੇ ਰੋਕ ਲਗਾਈ ਜਾਂਦੀ। ਜਿਵੇਂ ਬਾਹਰ ਨਿਕਲਣਾ 144 ਲਾਗੂ ਹੈ ਤਾਂ 5 ਬੰਦੇ ਇਕੱਠੇ ਨਹੀਂ ਹੋ ਸਕਦੇ, ਉੱਦਾਂ ਦਾ ਅਸੀਂ ਗਰੁੱਪ ਵੀ ਬਣਾ ਸਕਦੇ ਹਾਂ, ਸੰਸਥਾ ਵੀ ਰਜਿਸਟਰਡ ਕਰਾ ਸਕਦੇ ਹਾਂ। ਪਰ ਐਮਰਜੈਂਸੀ ਦੇ ਟਾਈਮ 'ਤੇ ਇਹ ਸਸਪੈਂਡ ਹੋ ਜਾਂਦੇ ਨੇ। ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ, ਅਮਰੀਕਾ ਦੇ। ਵੀ ਐਮਰਜੈਂਸੀ ਦੇ ਟਾਈਮ 'ਤੇ ਦੇਸ਼ ਦੇ ਵਿੱਚ ਨਾਗਰਿਕਾਂ ਨੂੰ ਕਿਵੇਂ ਸੰਭਾਲਣਾ, ਠੀਕ ਹੈ ਜੀ। ਇਹ ਆਪਾਂ ਲਿਆ ਐਮਰਜੈਂਸੀ ਦੀ ਪਾਵਰਾਂ ਜਰਮਨੀ ਦੇ। ਉਸ ਤੋਂ ਬਾਅਦ ਸਾਊਥ ਅਫਰੀਕਾ ਦੇ ਕੌਨਸਟੀਟਿਊਸ਼ਨ 'ਚੋਂ ਲਿਆ ਕਿ ਕੋਈ ਅਮੈਂਡਮੈਂਟ ਕਿਵੇਂ ਕਰਨੀ ਹੈ। ਅਮੈਂਡਮੈਂਟ ਕਿਵੇਂ ਕਰਨੀ, ਤੁਹਾਨੂੰ ਪਤਾ ਅਮੈਂਡਮੈਂਟ 3 ਤਰੀਕੇ ਨਾਲ ਹੋ ਸਕਦੀ ਹੈ, ਸਪੈਸ਼ਲ ਮੈਜੋਰਟੀ, ਸਿੰਪਲ ਮੈਜੋਰਟੀ, ਸਪੈਸ਼ਲ ਮੈਜੋਰਟੀ 50% ਸਟੇਟਾਂ ਨੂੰ ਮਿਲਾ ਕੇ, ਇਸ ਤਰ੍ਹਾਂ ਅਮੈਂਡਮੈਂਟ ਹੁੰਦੀ ਹੈ। ਉਹ ਚੀਜ਼ ਆਪਾਂ ਬਾਅਦ 'ਚ ਵੇਖਾਂਗੇ, ਪਰ ਫਿਲਹਾਲ ਯਾਦ ਕਰਨਾ ਸਾਊਥ ਅਫਰੀਕਾ ਤੋਂ ਆਪਾਂ ਕੀ ਲਿਆ। ਉਸ ਤੋਂ ਬਾਅਦ ਆਉਂਦਾ ਹੈ ਫਰਾਂਸ ਦੇ ਸੰਵਿਧਾਨ 'ਚੋਂ ਆਪਾਂ ਕੀ ਲਿਆ ਜੀ। ਜਦੋਂ ਆਪਾਂ ਪ੍ਰੀਐਂਬਲ ਪੜ੍ਹਾਂਗੇ ਨਾ, ਉਹਦੇ 'ਚ ਕਾਫੀ ਵਰਡ ਹੈਗੇ ਨੇ, ਉਹਨਾਂ ਸਾਰੇ ਵਰਡਸ ਦੇ ਬਾਰੇ ਆਪਾਂ ਡਿਟੇਲ 'ਚ ਜਦੋਂ ਦੇਖਾਂਗੇ ਨਾ, ਉਹਦੇ ਵਿੱਚ 3 ਵਰਡ ਹੋਣਗੇ। ਲਿਬਰਟੀ, ਵੀ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਦੀ ਹੈ, ਇਕੁਐਲਿਟੀ, ਸਾਨੂੰ ਸਮਾਨਤਾ ਕਿਸ ਤਰ੍ਹਾਂ ਦੀ ਹੈ, ਅਤੇ ਫਰੈਟਰਨਿਟੀ, ਸਾਡੇ ਜਿਹੜੇ ਭਾਈਚਾਰੇ ਦੀ ਭਾਵਨਾ ਅਸੀਂ ਕਿਵੇਂ ਵਧਾ ਸਕਦੇ ਹਾਂ। ਤਾਂ ਉਹ ਚੀਜ਼ਾਂ ਆਪਾਂ ਕਿੱਥੋਂ ਲਈਆਂ ਨੇ, ਫਰਾਂਸ ਦੇ ਕੌਨਸਟੀਟਿਊਸ਼ਨ 'ਚੋਂ। ਆਈ ਹੋਪ ਕਿ ਇਹ ਚੈਪਟਰ ਤੁਹਾਨੂੰ ਕੰਪਲੀਟ ਹੋ ਗਿਆ ਨਾ। ਇਹਦੇ ਵਿੱਚ ਮੈਂ ਸਾਰੇ ਓਵਰਆਲ ਤੁਹਾਨੂੰ ਸਾਰੇ ਪੁਆਇੰਟ ਦੱਸ ਦਿੱਤੇ ਨੇ। ਹੌਲੀ ਹੌਲੀ ਆਪਾਂ ਇਸ ਕਰਕੇ ਪੋਲਿਟੀ ਨੂੰ ਕੰਪਲੀਟ ਕਰਾਂਗੇ। ਸਾਇੰਸ ਦੇ ਲੈਕਚਰ ਵੀ ਪੈਣਗੇ, ਕਿਉਂਕਿ ਸਾਇੰਸ ਦੀ ਮੈਂ PDF ਲਿਖ ਰਿਹਾ, ਤੁਹਾਨੂੰ ਪਤਾ ਹੈ, ਉਸਨੂੰ ਸਾਇੰਸ ਦੀ PDF ਲਿਖ ਕੇ ਮੈਂ ਉਹਨੂੰ ਕਰਵਾ ਰਿਹਾ। ਇਹ ਤਾਂ ਬੁੱਕ ਹੈਗੀ ਆ, ਤੁਸੀਂ ਇਹਨੂੰ ਲਿਖਣ ਦੀ ਲੋੜ ਨਹੀਂ। ਇਹ ਬੁੱਕ ਦੇ ਵਿੱਚ ਤੁਸੀਂ ਫਿਰ ਮੇਰੇ ਨਾਲ ਸਿਰਫ ਆਪਣੇ ਸਮਝੀ ਜਾਓ ਅਤੇ ਉਹਨੂੰ ਲਿਖੀ ਚਲੋ, ਤੁਸੀਂ ਆਪਣੇ ਹਿਸਾਬ ਨਾਲ ਲਿਖ ਸਕਦੇ ਹੋ, ਠੀਕ ਹੈ ਜੀ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਪਲੀਜ਼ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਅਤੇ ਤਾਂ ਕਿ ਹੋਰ ਸਟੂਡੈਂਟ ਤੱਕ ਵੀ ਇਹ ਪਹੁੰਚ ਸਕੇ, ਠੀਕ ਹੈ ਜੀ। ਅਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।